ਸਰਕਾਰ ਹੰਕਾਰ ਨਾਲ ਭਰੀ ਪਈ ਹੀ ਸੱਤਾ ਦੇ ਨਸ਼ੇ ਨਾਲ ਉਹਦਾ ਹੰਕਾਰ ਚੂਰ ਚੂਰ ਹੋ ਗਿਆ। ਜਿੰਨੀ ਤੇਜ਼ੀ ਨਾਲ ਇਹ ਗੱਲ ਦੇਸ਼ ਵਿੱਚ ਨਹੀਂ ਸਾਰੇ ਸੰਸਾਰ ਵਿੱਚ ਫੈਲੀ, ਉਹਨੇ ਜੋਗੀ ਸਰਕਾਰ ਨੂੰ ਐਨ ਹਿਲਾ ਕੇ ਰੱਖ ਦਿੱਤਾ। ਇਸ ਦੁਖਾਂਤ ਨੇ ਐਨ ਜੜ੍ਹਾਂ ਤੋਂ ਹਿਲਾ ਕੇ ਰੱਖ ਦਿੱਤੀ ਜੋਗੀ ਸਰਕਾਰ। ਏਡੀ ਬੀਜੇਪੀ ਦੀ ਬੇਸ਼ਰਮੀ ਹੈ ਕਿ ਐਡਾ ਵੱਡਾ ਦੁਖਾਂਤ ਹੋ ਗਿਆ ਵੀ ਕਿਸੇ ਵੀ ਪ੍ਰਧਾਨ ਮੰਤਰੀ ਨੇ ਦੁੱਖ ਨਹੀਂ ਪ੍ਰਗਟਾਇਆ। ਜਿਹੜਾ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਘਨੇੜੀ ਚੜਿਆ ਫਿਰਦਾ ਸੀ, ਮੈਨੂੰ ਲੱਗਦਾ ਵੀ ਹੁਣ ਕਿਸਾਨਾਂ ਨੇ ਕਿਤੇ ਉਹ ਸੜਕ ਤੇ ਉਹਨੂੰ ਵੀ ਉਤਰਨ ਨਿਕਲਣ ਨਹੀਂ ਦੇਣਾ, ਉਹਨੂੰ ਵੀ ਬੀਜੇਪੀ ਦੀ ਕਤਾਰ ਵਿੱਚ ਖੜਾ ਹੀ ਦੇਖਣਗੇ। ਸਾਰੀਆਂ ਰਾਜਨੀਤਿਕ ਪਾਰਟੀਆਂ ਹੁਣ ਕਿਸਾਨ ਅੰਦੋਲਨ ਦਾ ਹੀ ਆਸਰਾ ਲੈ ਰਹੀਆਂ। ਸੱਤਾ ਦਾ ਨਸ਼ਾ ਤੇ ਸੰਵੇਦਨਸ਼ੀਲਤਾ ਦੋਨੋਂ ਬਿਲਕੁਲ ਉਲਟ ਦਿਸ਼ਾ ਵੀ ਨੇ, ਕਿਉਂਕਿ ਸੰਵੇਦਨਸ਼ੀਲਤਾ ਤੁਹਾਨੂੰ ਇਹ ਸਿਖਾਉਂਦੀ ਹੈ ਕਿ ਕੀੜੀਆਂ ਦਾ ਭੌਣ ਵੀ ਆਉਂਦਾ ਤੇ ਉਹਦੇ ਤੇ ਵੀ ਪੈਰ ਧਰਨ ਲੱਗਿਆਂ 3600 ਵਾਰ ਸੋਚਣਾ ਆ। ਪਰ ਸੱਤਾ ਦਾ ਨਸ਼ਾ ਇਹੋ ਜੀ ਚੀਜ਼ ਹੈ ਜਿਹੜੀ ਆਮ ਲੋਕਾਂ ਨੂੰ ਤੁਹਾਨੂੰ ਕੀੜੀਆਂ ਦੇ ਭੌਣ ਤੋਂ ਵੱਧ ਨਜ਼ਰ ਨਹੀਂ ਆਉਣ ਦਿੰਦੀ ਤੇ ਉਹਨੂੰ ਦਰੜਨ ਦੇ ਵਿੱਚ ਤੁਸੀਂ ਮਿੰਟ ਨਹੀਂ ਲਾਉਂਦੇ। ਇਹੀ ਕੁਝ ਹੋਇਆ ਲਖੀਮਪੁਰ ਖੀਰੀ ਦੇ ਵਿੱਚ, ਜਿੱਥੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਮੁੰਡੇ ਦੇ ਵੱਲੋਂ ਧਰਨਾ ਦੇ ਰਿਹਾ ਕਿਸਾਨਾਂ ਦੇ ਉੱਤੇ ਗੱਡੀ ਚੜ੍ਹਾ ਦਿੱਤੀ ਜਾਂਦੀ ਹੈ ਤੇ ਦਰੜ ਦਿੱਤਾ ਜਾਂਦਾ ਹੈ। 4 ਕਿਸਾਨਾਂ ਦੀ ਮੌਤ, ਕੁਝ ਹੋਰ ਦੀ ਮੌਤ, ਔਰ ਇਸ ਮੌਤ ਤੋਂ ਬਾਅਦ ਜਿਸ ਤਰੀਕੇ ਦੀਆਂ ਪ੍ਰਸਥਿਤੀਆਂ ਪੈਦਾ ਹੁੰਦੀਆਂ, ਅਖੀਰ ਉਹਨਾਂ ਪ੍ਰਸਥਿਤੀਆਂ ਤੋਂ ਬਾਅਦ ਯੋਗੀ ਸਰਕਾਰ ਨੂੰ ਝੁਕਣਾ ਪੈਂਦਾ ਆ। ਮੁਆਵਜ਼ੇ ਦਾ ਐਲਾਨ ਕੀਤਾ ਜਾਂਦਾ, ਮ੍ਰਿਤਕਾਂ ਲਈ, ਜ਼ਖਮੀਆਂ ਲਈ ਸਰਕਾਰੀ ਨੌਕਰੀਆਂ ਦਾ ਐਲਾਨ ਕੀਤਾ ਜਾਂਦਾ ਆ, ਦੋਸ਼ੀਆਂ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਪਰ ਆਖਰ ਇਸ ਭਰੋਸੇ ਤੋਂ ਬਾਅਦ ਅੱਗੇ ਕਾਰਵਾਈ ਸੱਚਿਓ ਹੀ ਹੋ ਪਾਏਗੀ ਮੰਤਰੀ ਦੇ ਮੁੰਡੇ ਤੇ? ਕਿਹੋ ਜਿਹੀਆਂ ਸਥਿਤੀਆਂ ਬਣ ਗਈਆਂ, ਕਿਹੋ ਜਿਹੇ ਹਾਲਾਤ ਬਣ ਗਏ, ਕੀ ਹਕੀਕਤ ਨਿਕਲ ਕੇ ਸਾਹਮਣੇ ਆਏਗੀ, ਉਹਦੇ ਬਾਰੇ ਚਰਚਾ ਕਰਾਂਗੇ। ਔਰ ਚਰਚਾ 'ਚ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ ਜੀ। ਨੌਲੀ ਸਾਹਿਬ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਨੌਲੀ ਸਾਹਿਬ, ਤੁਸੀਂ ਵੀ ਦੇਖਿਆ ਜੋ ਕੁਝ ਹੋਇਆ ਵਾਪਰਿਆ, ਇਹ ਤਮਾਮ ਦੁਨੀਆ ਨੇ ਵੀ ਦੇਖਿਆ। ਉਹਦੇ ਤੋਂ ਬਾਅਦ ਲਗਾਤਾਰ ਪ੍ਰਦਰਸ਼ਨ ਦੇਸ਼ ਭਰ ਦੇ ਵਿੱਚ ਆਵਾਜ਼ ਹੋ ਰਹੀ ਸੀ ਬੁਲੰਦ। ਪ੍ਰਦਰਸ਼ਨ ਕਰਨ ਲਈ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਗਏ। ਉਹ ਲੀਹ ਉਹਨਾਂ ਦੀ ਵੱਖਰੀ ਹੋ ਸਕਦੀ ਆ, ਪਰ ਇੱਕ ਤਰੀਕੇ ਨਾਲ ਉਹਨਾਂ ਨੂੰ ਲੱਗਾ ਕਿ ਸਾਨੂੰ ਇੱਕਮਿਕ ਹੋਣਾ ਚਾਹੀਦਾ ਇੱਥੇ, ਤੇ ਉਹ ਹੋਏ। ਪਰ ਜਿੱਦਾਂ ਸਮਝੌਤਾ ਕੀਤਾ ਗਿਆ ਇੱਕਦਮ ਯੋਗੀ ਸਰਕਾਰ ਦੇ ਵੱਲੋਂ, ਪਹਿਲੀ ਗੱਲ ਤਾਂ ਇਹ, ਵਰਨਾ ਯੋਗੀ ਸਰਕਾਰ ਏਡੀ ਛੇਤੀ ਝੁਕਣ ਵਾਲਿਆਂ ਨਹੀਂ। SC/ST ਐਟਰੋਸਿਟੀ ਐਕਟ ਦੇ ਮਾਮਲੇ ਦੇ ਵਿੱਚ ਵੀ ਜਿਹੜੇ ਕੇਸ ਕੀਤੇ ਸੀ ਬਹੁਤ ਲੰਬੇ ਸਮੇਂ ਤੱਕ ਚੱਲਦੇ ਰਹੇ ਸੀਗੇ, ਪਰ ਇੱਥੇ ਯਕਦਮ ਝੁਕਣਾ ਯੋਗੀ ਸਰਕਾਰ ਦਾ। ਪਹਿਲੀ ਗੱਲ ਤਾਂ ਇਸ ਝੁਕਣ ਦੇ ਕਾਰਨ ਤੁਹਾਨੂੰ ਕਿਹੜੇ ਨਜ਼ਰ ਆਉਂਦੇ ਆ, ਤੇ ਕਾਰਨ ਇਕੱਲੇ ਇਹੀ ਹੈ ਕਿ ਗਲਤੀ ਉਹਨਾਂ ਦੇ ਕੋਲ ਹੋਈ ਹੈ ਜਾਂ ਕਾਰਨ ਕੁਝ ਹੋਰ ਵੀ ਨੇ? ਜਸਵੀਰ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਿਹੜੇ ਹੰਕਾਰ ਦੇ ਨਾਲ ਬੀਜੇਪੀ ਕੇਂਦਰ ਦੀ ਤੇ ਮੋਦੀ ਆਪਣੇ ਜੋਗੀ ਸਰਕਾਰ ਹੰਕਾਰ ਨਾਲ ਭਰੀ ਪਈ ਹੀ ਸੱਤਾ ਦੇ ਨਸ਼ੇ ਨਾਲ ਉਹਦਾ ਹੰਕਾਰ ਚੂਰ ਚੂਰ ਹੋ ਗਿਆ। ਇਹ ਪਹਿਲੀ ਵਾਰ ਹੋਇਆ ਕਿ ਕਿਸਾਨਾਂ ਦਾ ਜਿਹੜਾ ਐਡਾ ਨੁਕਸਾਨ ਹੋਇਆ ਤੇ ਐਡੀ ਇੱਕ ਜੁਟਤਾ ਦਿਖਾਈ ਉਹਨਾਂ ਨੇ, ਤੇ ਜਿੰਨੀ ਤੇਜ਼ੀ ਨਾਲ ਇਹ ਗੱਲ ਦੇਸ਼ ਵਿੱਚ ਨਹੀਂ ਸਾਰੇ ਸੰਸਾਰ ਵਿੱਚ ਫੈਲੀ, ਉਹਨੇ ਜੋਗੀ ਸਰਕਾਰ ਨੂੰ ਐਨ ਹਿਲਾ ਕੇ ਰੱਖ ਦਿੱਤਾ। ਕਦੇ ਵੀ ਜਾਣੀ ਕਿ ਐਡਾ ਉਹ ਹੱਠ ਧਰਮੀ ਆ, ਉਹਨੇ ਆਪਣਾ ਅਕਸ ਬਣਾਇਆ ਹੋਇਆ ਵੀ ਝੁਕਣ ਦਾ ਤਾਂ ਉਹਦੇ ਡਿਸ਼ 'ਚ ਨਹੀਂ ਹੈਗਾ। ਹੱਠ ਜੋਗੀ ਕਹਿ ਸਕਦੇ ਹਾਂ। ਬਿਲਕੁਲ ਬਿਲਕੁਲ, ਹਾਂਜੀ, ਹੱਠ ਜੋਗੀ ਹੈਗਾ ਵੀ ਉਹ ਕਿਸੇ ਵੀ ਗੱਲ ਤੇ ਮੰਨਣ ਨੂੰ ਤਿਆਰ ਨਹੀਂ, ਕਾਨੂੰਨ ਅਨੁਸਾਰ ਤਾਂ ਉਹ ਚੱਲਣ ਨੂੰ ਤਿਆਰ ਹੀ ਨਹੀਂ ਹੈਗੇ। ਪਰ ਇਸ ਘਟਨਾ ਨੇ, ਇਸ ਦੁਖਾਂਤ ਨੇ ਐਨ ਜੜ੍ਹਾਂ ਤੋਂ ਹਿਲਾ ਕੇ ਰੱਖ ਦਿੱਤੀ ਜੋਗੀ ਸਰਕਾਰ ਕਿ ਇੰਨੀ ਛੇਤੀ ਕਦੇ ਵੀ ਸਮਝੌਤਾ ਉਹਨੇ ਨਹੀਂ ਸੀ ਕਰਨਾ। ਜਿਹੜੇ ਹਾਲਾਤ ਦੇਸ਼ ਦੇ ਬਣ ਗਏ ਸੀ, ਜਿੱਦਾਂ ਜੰਗਲ ਦੇ ਕਹਿ ਲਓ ਵੀ ਅੱਗ ਵਾਂਗ ਫੈਲੀ ਹੈ ਗੱਲ, ਇਹ ਪੂਰੇ ਦੇਸ਼ ਵਿੱਚ ਦੇਖ ਲਓ ਪ੍ਰਦਰਸ਼ਨ ਹੋਏ ਅੱਜ ਵੀ। ਮੈਂ ਉਹੀ ਜਾਣਨਾ ਚਾਹੁੰਦਾ ਹਾਂ ਕਿ ਪ੍ਰਦਰਸ਼ਨ ਹੋਏ, ਦਬਾਅ ਬਣਿਆ, ਇਕੱਲਾ ਦਬਾਅ ਬਣਿਆ ਜਾਂ ਯੂਪੀ ਦੇ ਧਰਾਤਲ ਨੇ ਕੁਝ ਹੋਰ ਵੀ ਕਿਹਾ, ਕਾਰਨ ਕੁਝ ਹੋਰ ਵੀ ਉਹਦੇ ਵਿੱਚ ਸ਼ਾਮਲ ਹੋਏ ਜਿਹਦਾ ਕਰਕੇ ਉਹਨਾਂ ਨੇ ਕਿਹਾ ਕਿ ਨਹੀਂ, ਜਿੰਨੀ ਛੇਤੀ ਸਮਝੌਤਾ ਕਰ ਲਓ ਉਨਾ ਹੀ ਵਧੀਆ? ਇਹੋ ਹੀ ਗੱਲ ਹੋਈ ਆ, ਕਿਉਂਕਿ ਇਹਦਾ ਸੇਕ ਜਿਹੜਾ ਇਕੱਲਾ ਉੱਤਰ ਪ੍ਰਦੇਸ਼ ਤੱਕ ਨਹੀਂ ਰਹਿਣਾ ਹੈਗਾ, ਇਹ ਕੇਂਦਰ ਸਰਕਾਰ ਨੂੰ ਵੀ ਉੱਡਾ ਹੀ ਸੇਕ ਲੱਗਾ। ਕਿਉਂਕਿ ਪਹਿਲਾਂ ਹੀ ਜਾਣੀ ਕਿ ਜਿਹੜੀ ਕੌਮਾਂਤਰੀ ਪੱਧਰ ਤੇ ਵੀ ਜਿਹੜਾ ਅਕਸ ਆ ਜੋ ਆਪਣੇ ਨਰਿੰਦਰ ਮੋਦੀ ਦਾ, ਉਹ ਬੜਾ ਡੈਮੇਜ ਹੋ ਰਿਹਾ, ਤੇ ਖਾਸ ਕਰਕੇ ਕਿਸਾਨ ਮੋਰਚੇ ਨੇ ਡਿੰਟ ਪਾਇਆ ਉਹਨੂੰ ਜ਼ਿਆਦਾ। ਤੇ ਹੁਣ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਸੀ ਵੀ ਜਿੱਦਾਂ
ਉਹਨਾਂ ਨੇ ਇੰਟਰਨੈਟ ਬੰਦ ਕਰ ਦਿੰਦੇ ਆ, ਹਰ ਵਾਰ ਜਦੋਂ ਵੀ ਹੁੰਦੇ ਆ ਕਿੱਲ ਵਿਛਾ ਦਿੰਦੇ ਆ, ਕਿੱਲ ਲਾ ਦਿੰਦੇ ਆ, ਕੰਡਿਆਲੀ ਤਾਰ ਲਾ ਦਿੰਦੇ ਆ। ਅਣਮਨੁੱਖੀ ਕਾਰਾ ਜਿਹੜੇ ਕਰਦੇ ਆ ਉਹਨਾਂ ਨੂੰ ਲੱਗਦਾ ਵੀ ਇਹ ਦੁਨੀਆ ਭਰ ਦੇ ਵਿੱਚ ਇਹਨਾਂ ਦੀ ਬਦਨਾਮੀ ਹੋਈ ਆ। ਪਰ ਹੁਣ ਜਿੱਦਾਂ ਗੋਡਣੀਆਂ ਭਾਰਨ ਹੋਈ ਆ ਜੋਗੀ ਸਰਕਾਰ, ਇਹਨੇ 22 ਦੀ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਬੀਜੇਪੀ ਨੂੰ ਪਹੁੰਚਾਉਣ ਦੀ ਸੰਭਾਵਨਾ ਹੈਗੀ ਆ। ਉਹਦੇ ਪਿੱਛੇ ਕਾਰਨ ਵੀ ਇੱਕ ਤਾਂ ਬੀਜੇਪੀ ਦੇ ਅੰਦਰ ਵੀ ਇੱਕ ਜਿਹੜਾ ਚੱਲ ਰਿਹਾ, ਜਿਹੜਾ ਨਜ਼ਰ ਨਹੀਂ ਬਾਹਰ ਆ ਰਿਹਾ, ਉਹਦੇ ਵਿੱਚ ਇਹ ਆ ਵੀ ਜਿਹੜਾ ਇਸ ਵੇਲੇ ਜੋਗੀ ਜਿਹੜਾ ਹੈਗਾ ਉਹ ਚੈਲੰਜ ਬਣਿਆ ਹੋਇਆ ਮੋਦੀ ਹੁਣਾਂ ਲਈ ਵੀ। ਉਹ ਇਹਨਾਂ ਨੂੰ ਢਾਉਣਾ ਵੀ ਚਾਹੁੰਦੇ ਆ, ਪਰ ਇਹਨੂੰ ਬਣਾ ਕੇ ਵੀ ਰੱਖਣਾ ਚਾਹੁੰਦੇ ਤਾਂ ਕਿ ਅਸੀਂ 24 ਜਿਹੜੀ ਆ ਉਹ ਜਿੱਤ ਲਈਏ। ਪਰ ਜਿੱਦਾਂ ਦੇ ਹਾਲਾਤ ਕਿਸਾਨ ਮੋਰਚੇ ਨੇ ਬਣਾਏ ਆ, ਉਹ ਲੱਗਦਾ ਵੀ ਹੁਣ ਇਹਨਾਂ ਦਾ ਹੁੰਜਾ ਉੱਥੇ ਫਿਰ ਜਾਣਾ ਜੋ ਬਣੇ ਹੋਏ ਆ। ਪਰ ਤੁਸੀਂ ਦੇਖੋ ਵੀ ਐਡੀ ਬੀਜੇਪੀ ਦੀ ਬੇਸ਼ਰਮੀ ਆ ਕਿ ਐਡਾ ਵੱਡਾ ਦੁਖਾਂਤ ਹੋ ਗਿਆ ਵੀ ਕਿਸੇ ਵੀ ਪ੍ਰਧਾਨ ਮੰਤਰੀ ਨੇ ਦੁੱਖ ਨਹੀਂ ਪ੍ਰਗਟਾਇਆ। ਤੇ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਆ ਉਹ ਵੀ ਇਹ ਦਾਅਵਾ ਕਰ ਰਿਹਾ ਕਿ ਮੇਰਾ ਮੁੰਡਾ ਹੈ ਨਹੀਂ ਸੀ ਉੱਥੇ, ਜਦ ਕਿ ਬਹੁਤ ਸਾਰੇ ਸਬੂਤ ਜਿਹੜੇ ਆ ਉਹ ਸਾਹਮਣੇ ਆ ਰਹੇ ਆ। ਉੱਥੇ ਦੇ ਇੱਕ ਜਿਹੜਾ ਮੌਜੂਦਾ ਉੱਥੇ ਪੁਲਿਸ ਵਾਲਾ ਸੀ, ਉਹਦੀ ਵੀਡੀਓ ਸਾਹਮਣੇ ਆ ਰਹੀ ਆ ਕਿ ਇਹਦਾ ਮੁੰਡਾ ਵਿੱਚ ਸੀਗਾ। ਉਹ ਅਸਲ 'ਚ ਗੱਲ ਵਿਗੜੀ, ਦੇਖੋ ਤੁਸੀਂ ਕਿੱਥੋਂ ਨਾ ਆਏ ਹੋ, ਜੋ ਇਹ ਹਾਲਾਤ ਬਣੇ ਕਿਉਂ? ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਜਿਹੜਾ ਅਜੇ ਮਿਸ਼ਰਾ ਹੈਗਾ, ਉਹਨੇ ਹੀ ਇਹ ਚੈਲੰਜ ਕੀਤਾ, ਕਿਉਂਕਿ ਕਿਸਾਨਾਂ ਨੇ ਕਿਹਾ ਹੋਇਆ ਸੀ ਵੀ ਅਸੀਂ ਵਿਰੋਧ ਕਰਾਂਗੇ। ਉਹਨੇ ਕਿਹਾ ਵੀ ਅਸੀਂ ਜਾਣੀ ਕਿ ਜਿੱਦਾਂ ਹਰਿਆਣੇ ਦੇ ਮੁੱਖ ਮੰਤਰੀ ਨੇ ਕਿਹਾ ਵੀ ਲੱਠ ਮਾਰ ਤਿਆਰ ਕਰੋ, ਉਹਦੇ ਨਾਲ ਜੈਸੇ ਕੋ ਤੈਸੇ ਵਾਲੀ ਗੱਲ, ਇਹੋ ਜਿਹੀ ਬਿਆਨਬਾਜ਼ੀ ਅਜੇ ਮਿਸ਼ਰਾ ਨੇ ਵੀ ਕੀਤੀ ਸੀ ਵੀ ਨੇੜੇ ਫੜਕਣ ਵੀ ਤਾਂ ਅਸੀਂ ਇਹਨਾਂ ਨੂੰ ਸਿੱਝ ਲਵਾਂਗੇ। ਤੇ ਉਦੋਂ ਕਿਸਾਨਾਂ ਨੇ ਇਕਜੁੱਟਤਾ ਦੇ ਨਾਲ ਉਹ ਹੈਲੀਪੈਡ ਦੇ ਉੱਤੇ ਕਬਜ਼ਾ ਕੀਤਾ, ਚੈਲੰਜ ਕੀਤਾ ਵੀ ਅਸੀਂ ਆ ਗਏ ਆ, ਹੁਣ ਤੁਸੀਂ ਆ ਕੇ ਦਿਖਾਓ, ਦੱਸੋ। ਜਦੋਂ ਹੈਲੀਪੈਡ ਤੇ ਕਬਜ਼ਾ ਹੋ ਗਿਆ ਤੇ ਫਿਰ ਹੈਲੀਕਾਪਟਰ ਉੱਥੇ ਨਹੀਂ ਉਤਰਿਆ ਤੇ ਉਹਨਾਂ ਨੂੰ ਹੋਰ ਪਾਸੇ ਤਾਰਨਾ ਪਿਆ। ਉਦੋਂ ਜਦੋਂ ਕਿਸਾਨ ਵਾਪਸ ਜਾ ਰਿਹਾ ਸੀ, ਇਹਨਾਂ ਦੇ ਫੰਕਸ਼ਨ ਵਿੱਚ ਵੀ ਵਿਰੋਧ ਕਰਨ ਜਾ ਰਿਹਾ ਸੀ, ਸਾਰਾ ਕੁਝ ਨਿਬੜ ਗਿਆ, ਵਾਪਸ ਘਰਾਂ ਨੂੰ ਜਾ ਰਿਹਾ ਸੀ। ਉਦੋਂ ਬਾਅਦ ਇਹਨਾਂ ਦਾ ਜਿਹੜਾ ਹਾਦਸਾ ਵਾਪਰਨਾ, ਉਸ ਮੁੰਡੇ ਦੇ ਜਿਹੜੇ ਆਸ਼ੀਸ਼ ਮਿਸ਼ਰਾ ਹੈਗਾ, ਗੱਡੀ ਚੜਾਉਣੀ, ਉਸ ਹੰਕਾਰ ਦਾ ਨਤੀਜਾ ਹੈਗਾ ਇਹ। ਹਾਲਾਂਕਿ ਹੁਣ ਦੇਖੋ ਦਬਾਅ ਕਿੰਨਾ ਵਧਿਆ, ਜਿਹੜੀ ਗੱਲ ਤੁਸੀਂ ਕੀਤੀ ਸੀ ਵੀ ਜਿਹੜੀਆਂ 3 ਮੰਗਾਂ ਆਪਣੇ ਰੱਖੀਆਂ ਸੀਗੀਆਂ ਕਿਸਾਨ ਮੋਰਚੇ ਨੇ, ਵੀ ਮੰਤਰੀ ਦੇ ਮੁੰਡੇ ਦੇ ਵਿਰੁੱਧ ਪਰਚਾ ਦਰਜ ਹੋਵੇ ਕਤਲ ਦਾ 302 ਦਾ, ਉਹ FIR ਹੋ ਗਈ ਆ। ਤੇ ਮੰਤਰੀ ਦੇ ਵਿਰੁੱਧ ਵੀ ਉਹਨੇ ਕਿਹਾ ਵੀ ਉਹਦੇ ਵਿਰੁੱਧ ਵੀ ਸਾਜ਼ਿਸ਼ ਰਚਣ ਦਾ 120 ਅਧੀਨ ਜਿਹੜਾ ਉਹ FIR ਦੇ ਵਿੱਚ ਉਹਦਾ ਨਾਂ ਆ ਗਿਆ। ਤੇ ਸਿਟਿੰਗ ਜੱਜ ਦੇ ਸੁਪਰੀਮ ਕੋਰਟ ਦੇ ਜੱਜ ਕੋਲੋਂ ਜਿਹੜਾ ਜਾਂਚ ਕਰਾਈ ਜਾਵੇ, ਉਹ ਵੀ ਹੁਣ ਇਸ ਮਾਮਲੇ ਦੀ ਜਿਹੜੀ ਜਾਂਚ ਆ ਉਹ ਹੋਣੀ ਆ। ਤੁਸੀਂ ਦੇਖੋ ਵੀ ਕਦੇ ਵੀ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਸੀ ਵੀ ਜੋਗੀ ਜਿਹੜਾ ਹੈਗਾ ਉਹ ਕਦੇ ਵੀ ਝੁਕਣ ਨੂੰ ਤਿਆਰ ਨਹੀਂ ਸੀਗਾ, ਪਰ ਇਸ ਘਟਨਾ ਨੇ ਜਿੱਥੇ ਬੀਜੇਪੀ ਦੇ ਦੰਭ ਨੂੰ, ਉਹਦੀ ਤਾਨਾਸ਼ਾਹੀ ਨੂੰ, ਮੋਦੀ ਦੀ ਹਿਟਲਰਸ਼ਾਹੀ ਨੂੰ ਨੰਗਿਆਂ ਕੀਤਾ, ਉਹਨੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਕਿ ਦੇਸ਼ ਵਿੱਚ ਸੰਵਿਧਾਨ ਦਾ ਰਾਜ ਨਹੀਂ ਹੈਗਾ, ਇੱਥੇ ਡੰਡੇ ਦਾ ਰਾਜ ਚੱਲ ਰਿਹਾ। ਉਸ ਡੰਡੇ ਦੇ ਅੱਗੇ, ਉਸ ਧੌਂਸ ਦੇ ਅੱਗੇ ਜਿੱਦਾਂ ਕਿਸਾਨ ਹਿੱਕ ਡਾਹ ਕੇ ਲੜੇ ਆ ਤੇ ਖੜੇ ਆ, ਉਹਨਾਂ ਨੇ ਸਮਝੌਤਾ ਕਰਨ ਲਈ ਮਜਬੂਰ ਕੀਤਾ ਤੇ ਉਹਨਾਂ ਨੂੰ ਪਿੱਛੇ ਹਟਣ ਲਈ ਵੀ ਮਜਬੂਰ ਕੀਤਾ। ਅੱਛਾ, ਇੱਕ ਚੀਜ਼ ਹੋਰ ਇਹਦੇ ਵਿੱਚ ਗੱਲ ਕੀਤੀ ਜਾ ਸਕਦੀ ਹੈ। ਇੱਕ ਪਾਸੇ ਜਿੱਥੇ ਯੋਗੀ ਸਰਕਾਰ ਦੇ ਲਈ ਇਹ ਕਹਿ ਸਕਦੇ ਕਿ ਦਬਾਅ ਬਣਿਆ ਤੇ ਉਹਨਾਂ ਨੇ ਮੰਗਾਂ ਮੰਨ ਲਈਆਂ, ਦੂਜੇ ਪਾਸੇ ਮੰਗਾਂ ਇੱਕ ਹੋਰ ਰੱਖੀਆਂ ਗਈਆਂ ਨੇ। ਪਹਿਲਾਂ ਤਾਂ ਯੋਗੀ ਸਰਕਾਰ ਤੇ ਦਬਾਅ, ਨੌਲੀ ਸਾਹਿਬ ਇੱਕ ਚਿੱਠੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਰਾਂ ਨੂੰ ਵੀ ਲਿਖ ਦਿੱਤੀ ਗਈ ਆ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ, ਔਰ ਚਿੱਠੀ ਦੇ ਵਿੱਚ ਮੰਗ ਕੀਤੀ ਗਈ ਆ ਮਨੋਹਰ ਲਾਲ ਖੱਟਰ ਨੇ ਜਿਹੜਾ ਭੜਕਾਊ ਬਿਆਨ ਦਿੱਤਾ ਉਹਦੇ ਉੱਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਤੇ ਉਹਨੂੰ ਅਹੁਦੇ ਤੋਂ ਬਰਖਾਸਤ ਵੀ ਕੀਤਾ ਜਾਣਾ ਚਾਹੀਦਾ। ਤੇ ਅਜੇ ਮਿਸ਼ਰਾ ਟੈਣੀ, ਇਹਦੇ ਉੱਤੇ ਵੀ ਜਿਹਦੇ ਮੁੰਡੇ ਨੇ ਜਿਹੜਾ ਇਹ ਸਾਰਾ ਕਾਰਾ ਕੀਤਾ, ਉਹਦੇ ਉੱਤੇ ਵੀ ਪਰਚਾ ਵੀ ਦਰਜ ਕੀਤਾ ਜਾਵੇ ਭੜਕਾਉਣ ਦਾ, ਤੇ ਨਾਲ ਦੀ ਨਾਲ ਉਹਨੂੰ ਵੀ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਹੁਣ ਇੱਕ ਸ਼ਿਕਾਇਤ ਰਾਸ਼ਟਰਪਤੀ ਤੱਕ ਵੀ ਇਹਨਾਂ ਦੀ ਪਹੁੰਚ ਗਈ ਆ। ਲੱਗਦਾ ਕਿ ਜਿੱਦਾਂ ਇੱਧਰੋਂ ਮੰਗਾਂ ਮੰਨ ਲਈਆਂ ਗਈਆਂ, ਰਾਸ਼ਟਰਪਤੀ ਸਾਹਿਬ ਵੀ ਆਹ ਮੰਗਾਂ ਮੰਨਦੇ ਨਜ਼ਰ ਆਉਣਗੇ। ਜਸਵੀਰ ਜੀ, ਜੇ ਗੱਲ ਕੀਤੀ ਜਾਵੇ ਕਿ ਬੀਜੇਪੀ ਨੂੰ ਨੈਤਿਕਤਾ ਦੇ ਆਧਾਰ ਤੇ
ਉਸ ਮੰਤਰੀ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਜਦੋਂ ਤੁਹਾਡਾ ਐਫ.ਆਈ.ਆਰ ਦੇ ਵਿੱਚ ਨਾ ਆ ਜਾਂਦਾ। ਜਦੋਂ ਦੇਖੋ ਤੁਸੀਂ ਕਿਸੇ ਮੁਲਾਜ਼ਮ ਦਾ ਨਾਂ ਆ ਜਾਂਦਾ ਤੇ ਉਹਦੀ ਨੌਕਰੀ ਨੂੰ ਖਤਰਾ ਪੈ ਜਾਂਦਾ। ਪਰ ਬੀਜੇਪੀ ਦੇ ਲੀਡਰਾਂ ਵਿੱਚ ਨੈਤਿਕਤਾ ਦੇ ਨਾਂ ਦੀ ਚੀਜ਼ ਕੋਈ ਬਚੀ ਹੀ ਨਹੀਂ, ਕਿਉਂਕਿ ਇਹਨਾਂ ਨੂੰ ਸੱਤਾ ਦਾ ਨਸ਼ਾ ਤੇ ਹੰਕਾਰ ਇੰਨਾ ਜ਼ਿਆਦਾ ਆ। ਇਹ ਸੰਵਿਧਾਨ ਅਨੁਸਾਰ ਤਾਂ ਚੱਲ ਹੀ ਨਹੀਂ ਰਹੇ। ਤੁਸੀਂ ਦੇਖਿਆ ਹੋਣਾ ਵੀ ਕਦੇ ਇਦਾਂ ਦੀ ਵੀ ਚਿੱਠੀ ਤੁਸੀਂ ਕੱਢ ਸਕਦੇ ਆ ਵੀ ਜਿਹੜੀ ਯੂਪੀ ਸਰਕਾਰ ਨੇ ਕੱਢੀ ਹੋ ਗਈ ਵੀ ਪੰਜਾਬੀਆਂ ਦੇ ਉੱਤੇ ਆਉਣ ਤੇ ਪਾਬੰਦੀ ਲਾ ਦਿੱਤੀ ਉਹਨਾਂ ਨੇ ਵੀ ਕੋਈ ਪੰਜਾਬੀ ਵੀ ਉਹ ਲਖਮੀ ਉੱਥੇ ਘਟਨਾ ਵਾਲੀ ਥਾਂ ਦੇ ਉੱਤੇ ਜਾ ਨਹੀਂ ਸਕਦਾ। ਜਾਣੀ ਕਿ ਚੰਨੀ ਸਾਹਿਬ ਜਿਹੜੇ ਮੁੱਖ ਮੰਤਰੀ ਪੰਜਾਬ ਦੇ, ਉਹਨਾਂ ਨੂੰ ਜਾਣ ਤੋਂ ਰੋਕਿਆ ਗਿਆ, ਉਹਨਾਂ ਨੇ ਆਗਿਆ ਨਹੀਂ ਦਿੱਤੀ ਉਤਰਨ ਦੀ। ਇਹ ਕਹਿ ਦਿੱਤਾ ਗਿਆ ਵੀ ਧਾਰਾ ਜਿਹੜੀ 144 ਲੱਗੀ ਹੋਈ ਆ, ਤੁਸੀਂ ਆ ਨਹੀਂ ਸਕਦੇ। ਇਹ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗਏ ਸੀ, ਉਹਨਾਂ ਨੂੰ ਨਹੀਂ ਉਹਦੀ ਆਗਿਆ ਨਹੀਂ ਦਿੱਤੀ, ਰਾਹ ਦੇ ਵਿੱਚ ਰੋਕ ਦਿੱਤਾ ਗਿਆ। ਇੱਦਾਂ ਹੀ ਹੋਰ ਜਿਹੜੇ ਬੰਦੇ ਵੱਡੇ ਵੱਡੇ ਵੀ ਕਿਸਾਨ ਆਗੂ ਵੀ ਗਏ ਸੀ, ਕਿਸੇ ਨੂੰ ਵੀ ਉਹਨੇ ਉੱਥੇ ਜਾਣ ਨਹੀਂ ਦਿੱਤਾ। ਕਾਂਗਰਸ ਦੀ ਵੀ ਜਨਰਲ ਸਕੱਤਰ ਜਿਹੜੀ ਆ ਪ੍ਰਿੰਕਾ ਗਾਂਧੀ, ਉਹ ਵੀ ਜਾ ਰਹੀ ਸੀ, ਉਹਨੂੰ ਵੀ ਰੋਕ ਦਿੱਤਾ। ਬੜੀ ਬਦਤਮੀਜ਼ੀ ਦੇ ਨਾਲ ਉੱਥੇ ਜਿਹੜੀ ਪੁਲਿਸ ਆ ਉਹ ਪੇਸ਼ ਆ ਰਹੀ ਹੈ। ਇੱਦਾਂ ਦੀ ਬਰਬਰਤਾ ਜਾਣੀ ਕਿ ਤੁਸੀਂ ਕਦੇ ਵੀ ਕਿਸੇ ਵੀ ਦੇਸ਼ ਦੇ ਹਿੱਸੇ ਵਿੱਚ ਨਹੀਂ ਦੇਖੀ ਹੋਣੀ, ਜਿੱਦਾਂ ਦੀ ਯੂਪੀ ਦੇ ਸ਼ਾਸਿਤ ਰਾਜਾਂ ਦੇ ਵਿੱਚ ਤੇ ਖਾਸ ਕਰਕੇ ਯੂਪੀ 'ਚ ਦੇਖਣ ਨੂੰ ਮਿਲ ਰਹੀ ਆ। ਤੁਸੀਂ ਦੇਖੋ, ਇੱਕ ਸੂਬੇ ਦਾ ਮੁੱਖ ਮੰਤਰੀ ਹੈਗਾ, ਲੋਕਾਂ ਦਾ ਚੁਣਿਆ ਹੋਇਆ ਪ੍ਰਤੀਨਿਧ ਆ। ਜੇ ਉੱਥੇ ਹਾਦਸਾ ਵੱਡਾ ਹੁੰਦਾ ਆ, ਉਹਦੀ ਹਮਦਰਦੀ ਆ ਪੰਜਾਬ ਦੀ ਸਰਕਾਰ ਦੀ ਕਿਸਾਨਾਂ ਦੇ ਨਾਲ, ਤੇ ਉਹ ਕਿਉਂ ਨਹੀਂ ਦੇਖਣ ਜਾ ਸਕਦੇ? ਦੱਸੋ, ਉਹਦੇ ਤੋਂ ਕੀ ਖਤਰਾ? ਇੱਕ ਮੁੱਖ ਮੰਤਰੀ ਤੋਂ ਕੀ ਖਤਰਾ ਹੋ ਸਕਦਾ ਜੋ ਉਹ ਜਾਂਦਾ ਵੀ ਹੈਗਾ ਦਾ? ਉਪ ਮੁੱਖ ਮੰਤਰੀ ਤੋਂ ਕੀ ਖਤਰਾ? ਜੇ ਕਿਸਾਨ ਆਗੂ ਜਾਂਦੇ ਆ, ਨਿਹੱਥੇ ਜਾਂਦੇ ਆ, ਉਹਨਾਂ ਤੋਂ ਕੀ ਖਤਰਾ ਹੈਗਾ? ਇਹਦਾ ਮਤਲਬ ਤੁਹਾਨੂੰ ਉਹਨਾਂ ਦੇ ਵਿਚਾਰਾਂ ਤੋਂ ਖਤਰਾ ਹੈਗਾ, ਉਹਨਾਂ ਦੇ ਹਥਿਆਰਾਂ ਤੋਂ ਖਤਰਾ ਨਹੀਂ ਹੈਗਾ। ਹਾਲਾਂਕਿ ਨਿਹੱਥੇ ਜਾ ਰਹੇ ਆ, ਤੁਸੀਂ ਉਹਨਾਂ ਗੱਲਾਂ ਤੋਂ ਡਰ ਰਹੇ ਆ ਜਿਹੜੀਆਂ ਗੱਲਾਂ ਉਹਨਾਂ ਨੇ ਵਿਚਾਰ ਉੱਥੇ ਜਾ ਕੇ ਰੱਖਣੇ ਆ। ਕਿਉਂਕਿ ਇਸ ਵੇਲੇ ਸਮੁੱਚਾ ਦੇਸ਼ ਕਿਸਾਨਾਂ ਦੇ ਨਾਲ ਜਿੱਦਾਂ ਜੁੜ ਗਿਆ ਹੈਗਾ, ਜਿੱਦਾਂ ਖੜ ਗਿਆ ਹੈਗਾ, ਉਹ ਬੀਜੇਪੀ ਦੀ ਜ਼ਮੀਨ ਉਹਨਾਂ ਨੇ ਖਿਸਕਾ ਦਿੱਤੀ ਹੈਗੀ ਆ। ਕਦੇ ਇਦਾਂ ਦੀ ਚਿੱਠੀ ਨਹੀਂ ਆਈ ਸੀ ਵੀ ਤੁਸੀਂ ਕਿਸੇ ਪਾਰਟੀਕੂਲਰ ਇੱਕ ਬੰਦੇ ਦੇ ਤਾਂ ਕਹਿ ਸਕਦੇ ਆ ਵੀ ਆਹ ਬੰਦੇ ਦੇ ਇੱਥੇ ਸ਼ਹਿਰ 'ਚ ਦਾਖਲ ਹੋਣ ਨਾਲ ਦੰਗੇ ਭੜਕ ਸਕਦੇ ਆ, ਪਰ ਤੁਸੀਂ ਸਮੁੱਚੇ ਸਟੇਟ ਦੇ ਲੋਕਾਂ ਬਾਰੇ ਇਹ ਗੱਲ ਕਦੇ ਨਹੀਂ ਕਹਿ ਸਕਦੇ। ਇਹ ਤਾਂ ਸੰਵਿਧਾਨ ਦੇ ਬਿਲਕੁਲ ਹੀ ਉਲਟ ਹੈਗੀ ਆ। ਇਹ ਤਾਂ ਮੇਰੇ ਖਿਆਲ ਹੈ ਕਿ ਦੂਜੀ ਮੈਂ ਥੋੜਾ ਜਿਹਾ ਗੱਲ ਕਰਨੀ ਚਾਹੁੰਦਾ, ਇਹ ਦੂਜੀ ਉਦਾਹਰਣ ਹੋ ਗਈ ਹੈ। ਇਹ ਬੀਜੇਪੀ ਦੀ ਸੱਤਾ ਦੇ ਵਿੱਚ ਹੀ ਹੋਇਆ ਕਿ ਪਹਿਲਾਂ ਮਨੋਹਰ ਲਾਲ ਖੱਟਰ ਹੋਰੀ ਪੰਜਾਬ ਦੇ ਕਿਸਾਨਾਂ ਦਾ ਰਾਹ ਰੋਕਦੇ ਨੇ, ਰਾਹ ਪੱਟਦੇ ਨੇ, ਬਹੁਤ ਸਾਰੀਆਂ ਰੋਕਾਂ ਲਾਉਂਦੇ ਨੇ, ਪਾਣੀ ਦੀਆਂ ਬੌਛਾੜਾਂ ਕਰਦੇ ਨੇ, ਤੇ ਹੁਣ ਵੈਸੇ ਹੀ ਰੋਕ ਲਾਤੀ ਉਧਰ। ਇਹ ਹੋਇਆ ਆ, ਉਹ ਦੋਨੀ ਫਰਕ ਨਹੀਂ ਆ ਬਹੁਤਾ ਕੋਈ। ਦੇਖੋ ਵੀ ਤੁਸੀਂ ਜਦੋਂ ਕੋਈ ਤੁਹਾਡੇ ਫੇਸਬੁੱਕ ਦੇ ਉੱਤੇ ਵੀ ਤੁਸੀਂ ਸਰਕਾਰ ਦੇ ਵਿਰੁੱਧ ਕੋਈ ਟਿੱਪਣੀ ਕਰ ਦਿੰਦਾ ਤੇ ਤੁਸੀਂ ਉਹਦੇ ਤੇ ਦੇਸ਼ ਧਰੋਹ ਦਾ ਲਾ ਦਿੰਦੇ ਆ, ਕੇਸ ਦਰਜ ਕਰ ਦਿੰਦੇ ਆ, ਉਹਨੂੰ ਜੇਲ੍ਹ 'ਚ ਡੱਕ ਦਿੰਦੇ ਆ, ਉਹਦੀ ਜ਼ਮਾਨਤ ਵੀ ਨਹੀਂ ਹੁੰਦੀ। ਜਦੋਂ ਤੁਹਾਡਾ ਮੁੱਖ ਮੰਤਰੀ ਸ਼ਰੇਆਮ ਕਹਿ ਰਿਹਾ ਵੀ ਲੱਠ ਮਾਰ ਇਕੱਠੇ ਕਰੋ, ਜੈਸੇ ਕੋ ਤੈਸਾ ਦਿਖਾਏਂਗੇ, ਤੁਹਾਡਾ ਐਸਡੀਐਮ ਕਰਨਾਲ ਦੇ ਵਿੱਚ ਪਹਿਲਾਂ ਕਹਿੰਦਾ ਵੀ ਇਹਨਾਂ ਦੇ ਸਿਰ ਪਾੜ ਦਿਓ। ਇਹ ਉਸੇ ਲਾਈਨ ਦੇ ਵਿੱਚ ਉਸੇ ਨੀਤੀ ਦਾ ਹੀ ਇੱਕ ਹਿੱਸਾ ਹੈਗਾ। ਉਹ ਐਸਡੀਐਮ ਦੀ ਆਪਣੀ ਜ਼ਰੂਰਤ ਨਹੀਂ ਸੀਗੀ ਜਿਹੜਾ ਇਹ ਕਹਿੰਦਾ ਵੀ ਭਾਈ ਸਿਰ ਪਾੜ ਦਿਓ। ਉਹ ਹੁਣ ਯਾਰ ਹੋ ਗਈ ਜਸਵੀਰ ਜੀ ਕਿ ਸਰਕਾਰ ਦੀ ਹੀ ਇਹ ਪਾਲਿਸੀ ਸੀ ਕਿ ਇਹ ਅੰਦੋਲਨ ਨੂੰ ਜੇ ਤੁਸੀਂ ਖਤਮ ਕਰਨਾ ਤੇ ਉੱਦਾਂ ਦੀ ਹੀ ਸਖਤੀ ਵਰਤੋ ਜਿੱਦਾਂ ਦਾ ਤੁਹਾਨੂੰ ਚਾਹੁੰਦੇ ਆ ਵੀ ਇਹਨਾਂ ਨੂੰ ਡਾਂਗਾ ਮਾਰ ਕੇ ਭਜਾਓ। ਤੁਸੀਂ ਦੇਖਿਆ ਹੋਣਾ ਵੀ 26 ਜਨਵਰੀ ਨੂੰ ਜੋ ਘਟਨਾਵਾਂ ਵਾਪਰੀਆਂ ਲਾਲ ਕਿਲ੍ਹੇ ਤੇ, ਉਦੋਂ ਬਾਅਦ ਉਹ ਸਰਕਾਰ ਦਾ ਇੱਕ ਪੈਂਤੜਾ ਸੀ, ਇੱਕ ਸਟੈਪ ਸੀ, ਜਿਸ ਤੋਂ ਅਗਲਾ ਸਟੈਪ ਉਹਨੂੰ ਚੱਕਣ ਦੇ ਲਈ ਗਾਜ਼ੀਪੁਰ ਤੋਂ ਲੱਠ ਮਾਰ ਬੰਦੇ ਭੇਜੇ ਸੀ। ਤੇ ਉੱਥੇ ਬੀਜੇਪੀ ਵਾਲੇ ਕਹਿ ਰਹੇ ਸੀਗੇ ਪੁਲਿਸ ਨੂੰ ਵੀ ਤੁਸੀਂ ਲੱਠ ਵਜਾਓ, ਹਮ ਤੁਮਾਰੇ ਸਾਥ ਹੈ। ਉਹ ਬਕਾਇਦਾ ਉਹਨਾਂ ਦਾ ਅਗਲਾ ਸਟੈਪ ਸੀ ਵੀ ਇਹਨਾਂ ਨੂੰ ਡਾਂਗਾ ਮਾਰ ਕੇ ਭਜਾ ਦਿਓ। ਉਹ ਤਾਂ ਟਕੈਤ ਸਾਹਿਬ ਦੇ ਜਿਹੜੇ ਹੰਝੂਆਂ ਨੇ ਇਸ ਮੋਰਚੇ ਵਿੱਚ ਦੁਬਾਰਾ ਜਾਨ ਪਾਈ ਤੇ ਹੁਣ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤੀ ਨਾਲ ਆ ਕੇ ਖੜ ਗਿਆ। ਇਹਦਾ ਮਤਲਬ ਇਹ ਆ ਵੀ ਲੱਠ ਮਾਰਨ ਦੀ ਨੀਤੀ ਇਹਨਾਂ ਦੀ ਹੁਣ ਦੀ ਨਹੀਂ ਸੀ, ਇਹ ਪਹਿਲਾਂ ਦੀ ਸੀ। ਆਪਣੇ ਸਿੰਘੂ ਬਾਰਡਰ ਦੇ ਉੱਤੇ ਵੀ ਦੇਖੋ ਕਿੱਦਾਂ ਪਥਰਾ ਕੀਤਾ ਗਿਆ, ਉਦੋਂ ਵੀ ਬੜੀ ਸ਼ਾਂਤੀ ਦੇ ਨਾਲ ਕਿਸਾਨ ਉੱਥੇ ਬੈਠੇ ਰਹੇ। ਅੱਜ ਵੀ ਹੁਣ ਅਸੀਂ ਇਸ ਜਲੰਧਰ ਦੇ ਵਿੱਚ ਜਦੋਂ ਹੋ ਰਿਹਾ ਸੀ ਮੋਰਚਾ ਤੇ ਔਰਤਾਂ ਦੀਆਂ ਅੱਖਾਂ ਵਿੱਚੋਂ ਅਸੀਂ ਹੰਝੂ ਦੇਖੇ। ਜਿਹੜੇ ਧਰਨੇ ਦੇ ਵਿੱਚ ਲੋਕ ਬੈਠੇ ਸੀ ਆਏ ਸੀ, ਉਹਨਾਂ ਦੇ ਚਿਹਰਿਆਂ ਦੇ ਉੱਤੇ ਦੁੱਖ ਵੀ ਸੀ, ਗੁੱਸਾ ਵੀ ਸੀ ਤੇ ਸਭ ਤੋਂ ਵੱਡੀ ਗੱਲ ਸੰਜਮ ਵੀ ਸੀ।
ਉਸ ਗੱਲ ਨੂੰ ਸਮੇਟਣਾ ਤੇ ਸਬਰ ਕਰਨਾ ਤੇ ਸਿਦਕ ਰੱਖਣਾ, ਇਹ ਵੱਡੀ ਸੁਗਾਤ ਜਿਹੜੀ ਆ ਉਹ ਸਾਡੇ ਗੁਰੂਆਂ ਨੇ ਪੰਜਾਬੀਆਂ ਨੂੰ, ਸਿੱਖਾਂ ਨੂੰ ਬਖਸ਼ੀ ਹੋਈ ਆ। ਗੁੱਸਾ ਵੀ ਹੈ, ਇਹ ਨਹੀਂ ਮੈਂ ਗੁੱਸਾ, ਜੇ ਐਡੀ ਵੱਡੀ ਘਟਨਾ ਹੋ ਗਈ ਤਾਂ ਚੁੱਪ ਕਰਕੇ ਬੈਠੇ, ਚੁੱਪ ਕਰਕੇ ਨਹੀਂ ਬੈਠੇ, ਪਰ ਹੱਲਾ ਗੁੱਲਾ ਇਦਾਂ ਵੀ ਨਹੀਂ ਮਚਾਉਂਦੇ ਵੀ ਅਸੀਂ ਹੁੱਲੜਬਾਜ਼ੀ ਕਰਦੇ ਹਾਂ। ਪਰ ਤੁਸੀਂ ਇਹ ਦੇਖਿਆ ਹੋਣਾ ਕਿ ਇਸ ਵੇਲੇ ਦੇਸ਼ ਸੰਵਿਧਾਨ ਦੇ ਅਨੁਸਾਰ ਨਹੀਂ ਚੱਲ ਰਿਹਾ। ਅੱਛਾ, ਇੱਕ ਚੀਜ਼ ਹੋ ਰਿਹਾ, ਇਹ ਬੜੀ ਹੈਰਾਨੀ ਹੁੰਦੀ ਹੈ, ਇਹ ਸੰਯੋਗ ਆ ਜਾਂ ਕੋਈ ਪ੍ਰਯੋਗ ਆ? ਇਹ ਸ਼ਬਦ ਅਕਸਰ ਰਾਜਨੀਤੀ ਦੇ ਵਿੱਚ ਹੁਣ ਬਹੁਤ ਘੁੰਮਦੇ ਆ, ਸੰਯੋਗ ਜਾਂ ਪ੍ਰਯੋਗ। ਮੈਂ ਵੀ ਇੱਥੇ ਵਰਤ ਲੈਣਾ ਕਿ ਇੱਕ ਪਾਸੇ ਯੂਪੀ ਦੇ ਵਿੱਚ ਆ ਕੁਝ ਵਾਪਰਦਾ, ਦੂਜੇ ਪਾਸੇ ਇਨ ਬਿਨ ਉਸੇ ਸਮੇਂ ਮਨੋਹਰ ਲਾਲ ਖੱਟਰ ਹੋਰੀ ਕਹਿੰਦੇ ਆ ਕਿ ਜੈਸੇ ਕੋ ਤੈਸਾ ਕਰ ਦਿਓ। ਇਹ ਭਾਰਤੀ ਜਨਤਾ ਪਾਰਟੀ ਦਾ ਕੋਈ ਪ੍ਰਯੋਗ ਨਵਾਂ ਨਿਕਲ ਕੇ ਆ ਰਿਹਾ ਇਸ ਅੰਦੋਲਨ ਦੇ ਲਈ, ਜਾਂ ਸੰਯੋਗਵਾਸੀ ਦੋਨੀ ਸਥਿਤੀਆਂ ਜਿਹੜੀਆਂ ਇੱਦਾਂ ਰਲਦੀਆਂ ਮਿਲਦੀਆਂ ਨਜ਼ਰ ਆਈਆਂ? ਨਹੀਂ, ਬੀਜੇਪੀ ਦੇ ਕੋਲ ਕੋਈ ਏਜੰਡਾ ਨਹੀਂ ਹੈਗਾ। ਇਹ ਹਮੇਸ਼ਾ ਹੀ ਹਿੰਸਾ ਦੇ ਵਿੱਚੋਂ ਆਪਣੀ ਤਾਕਤ ਭਾਲਦੀ ਆ ਰਹੀ ਆ। ਤੁਸੀਂ ਕੋਈ ਸਟੇਟ ਦੇਖ ਲਓ ਜਿੱਥੇ ਯੂਪੀ ਇਹਨਾਂ ਨੇ ਸਭ ਤੋਂ ਪਹਿਲਾਂ ਤਜਰਬਾ ਕੀਤਾ ਸੀ, ਆਪਣੇ ਗੁਜਰਾਤ, ਜਿੱਥੇ ਨਰਿੰਦਰ ਮੋਦੀ ਜਿਹੜੇ ਆ ਉਹ ਬਾਰ-ਬਾਰ ਮੁੱਖ ਮੰਤਰੀ ਬਣਦੇ ਰਹੇ ਆ। ਉਹ ਦੰਗਿਆਂ ਦੇ ਵਿੱਚੋਂ ਹੀ ਨਿਕਲੇ ਆ। ਦੰਗਿਆਂ ਨੇ ਉਹ ਜਿੱਦਾਂ ਪੋਲਰਾਈਜੇਸ਼ਨ ਉਹਨੇ ਕੀਤੀ ਆ, ਜਿੱਦਾਂ ਮੁਸਲਮਾਨਾਂ ਦਾ ਕਤਲੇਆਮ ਉੱਥੇ ਕੀਤਾ ਗਿਆ, ਉਹਨਾਂ ਨੇ ਜਿੱਦਾਂ ਧਰੁਵੀਕਰਨ ਕੀਤਾ ਹੈਗਾ ਵੋਟਾਂ ਦਾ, ਉਸੇ ਫਾਰਮੂਲੇ ਨੂੰ ਜਿਹੜਾ ਪ੍ਰਯੋਗ ਉਹਨਾਂ ਨੇ ਗੁਜਰਾਤ 'ਚ ਕੀਤਾ ਸੀ, ਸਾਰੇ ਦੇਸ਼ ਵਿੱਚ ਉਹ ਕਰਨਾ ਚਾਹੁੰਦੇ ਆ। ਉੱਥੇ ਬੰਗਾਲ ਵਿੱਚ ਇਹ ਕਰਕੇ ਦੇਖਿਆ ਉਹਨਾਂ ਨੇ, ਯੂਪੀ ਵਿੱਚ ਵੀ ਕਰਕੇ ਦੇਖਿਆ ਵੀ ਜਦੋਂ ਚੋਣਾਂ ਆਉਂਦੀਆਂ ਉਦੋਂ ਦੰਗੇ ਕਰਾਉਣ ਦਾ ਮਾਹੌਲ ਸਿਰਜ ਦਿੱਤਾ ਜਾਂਦਾ। ਕੋਈ ਨਾ ਕੋਈ ਮੁੱਦਾ ਇਹ ਨਹੀਂ ਵੀ ਮੌਕੇ 'ਤੇ ਖੜਾ ਕੀਤਾ ਜਾਂਦਾ, ਉਹ ਪਹਿਲਾਂ ਤੋਂ ਤੈਅ ਹੁੰਦਾ। ਇੱਦਾਂ ਹੁਣ ਵੀ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਬਕਾਇਦਾ ਇਹਦਾ ਇੱਕ ਕਿਲੋ ਵੀ ਬਲੂ ਪ੍ਰਿੰਟ ਤਿਆਰ ਕੀਤਾ ਹੋਇਆ ਵੀ ਪੰਜਾਬ ਦੇ ਵਿੱਚ ਜੱਟਾਂ ਤੇ ਦਲਿਤਾਂ ਨੂੰ ਆਪਸ ਵਿੱਚ ਲੜਾ ਦਿਓ, ਪੜ੍ਹਾ ਦਿਓ, ਤਾਂ ਕਿ ਸੱਤਾ ਤੇ ਤੁਸੀਂ ਆਪ ਜਾਣੀ ਕਿ ਉਹਨੂੰ ਹਾਸਲ ਕਰ ਸਕੋ, ਉੱਦਾਂ ਦਾ ਮਾਹੌਲ ਬਣਾ ਸਕੋ। ਪਰ ਇੱਥੇ ਉਹਨਾਂ ਦਾ ਇਹ ਗੱਲ ਚੱਲਣੀ ਨਹੀਂ, ਕਿਉਂਕਿ ਇੱਥੇ ਆਪ ਹੀ ਜਿਹੜਾ ਦਲਿਤ ਵਰਗ ਆ ਉਹ ਵੀ ਬੜਾ ਸੁਚੇਤ ਆ, ਕਿਉਂਕਿ ਉਹ ਇਹਨਾਂ ਦੀ ਪਾਲਿਸੀ ਨੂੰ, ਇਹਨਾਂ ਦੀ ਨੀਤੀਆਂ ਨੂੰ ਸਮਝਦਾ। ਪਰ ਤੁਸੀਂ ਜਸਵੀਰ ਜੀ ਫਿਰ ਇੰਨੇ ਹੋਣ ਦੇ ਬਾਵਜੂਦ ਵੀ ਇਹ ਆਪਣੀਆਂ ਉਸ ਨੀਤੀਆਂ ਤੋਂ, ਉਸ ਘਟਨਾਕ੍ਰਮ ਤੋਂ ਪਿੱਛੇ ਨਹੀਂ ਹਟ ਰਹੇ, ਉਧਰ ਨੂੰ ਹੌਲੀ ਹੌਲੀ ਵੱਧ ਰਹੇ ਆ। ਦੁਆਬੇ ਵਿੱਚ ਇਹਨਾਂ ਦੇ ਪੈਰ ਨਹੀਂ ਲੱਗਣੇ, ਕਿਉਂਕਿ ਇੱਥੇ ਦਾ ਦਲਿਤ ਵਰਗ ਦੂਜੇ ਸਟੇਟ ਦੇ ਖਿੱਤਿਆਂ ਨਾਲੋਂ ਜ਼ਿਆਦਾ ਰਾਜਨੀਤਿਕ ਤੌਰ ਤੇ ਵੀ ਚੌਕਸ ਆ, ਆਰਥਿਕ ਤੌਰ ਤੇ ਵੀ ਮਜ਼ਬੂਤ ਆ। ਇਹ ਮਾਲਵੇ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਕੰਮ ਤੁਸੀਂ ਦੇਖੋ, ਉੱਥੋਂ ਹੀ ਇਹ ਭੜਕਾਉਣਾ ਚਾਹੁੰਦੀ ਆ, ਜਿਹੜੀ ਦੇਸ਼ ਦੇ ਲਈ ਤੇ ਖਾਸ ਕਰਕੇ ਪੰਜਾਬ ਦੇ ਲਈ ਬਹੁਤ ਮੰਦਭਾਗੀ ਗੱਲ ਹੋਊਗੀ ਜੇ ਕੋਈ ਇਦਾਂ ਦੀ ਘਟਨਾ ਵਾਪਰਦੀ ਆ। ਕਿਉਂਕਿ ਪੰਜਾਬ 'ਚ ਜਦੋਂ ਪੰਜਾਬ ਵੰਡਿਆ ਵੀ ਗਿਆ ਸੀ 47 'ਚ, ਉਦੋਂ ਇੱਥੇ ਫਿਰਕੂ ਦੰਗੇ ਨਹੀਂ ਹੋਏ। ਜਦੋਂ 84 ਵਾਪਰਦੀ ਆ, ਸਾਕਾ ਨੀਲਾ ਤਾਰਾ ਵਾਪਰਦਾ, ਉਦੋਂ ਇੱਥੇ ਕੋਈ ਇਦਾਂ ਦੀ ਘਟਨਾ ਨਹੀਂ ਵਾਪਰੀ। 1984 ਕਤਲੇਆਮ ਹੁੰਦਾ ਦਿੱਲੀ ਦੇ ਵਿੱਚ, ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਸਿੱਖਾਂ ਨੂੰ ਕੋਹ ਕੇ ਮਾਰਿਆ ਜਾਂਦਾ, ਤਾਂ ਵੀ ਇੱਥੇ ਕਿਸੇ ਵੀ ਹਿੰਦੂ ਵੀਰ ਨੂੰ, ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਕੋਈ ਚਰੀਟ ਤੱਕ ਨਹੀਂ ਆਈ। ਇਹ ਸੂਬਾ ਇੱਕ ਵੱਖਰੀ ਆਪਣੀ ਕਿਸਮ ਦਾ ਹੈਗਾ, ਪਰ ਬੀਜੇਪੀ ਦੀ ਇੱਕ ਲੁਕਮਾ ਜਿਹੜਾ ਏਜੰਡਾ ਆ ਉਹ ਇਹਨੂੰ ਅੱਗੇ ਤੋਰ ਰਹੀ ਆ, ਜਿਹੜਾ ਕਿ ਲੋਕਾਂ ਨੂੰ ਜਿੱਤੋਂ ਸੁਚੇਤ ਰਹਿਣ ਦੀ ਲੋੜ ਆ। ਤੁਸੀਂ ਹੁਣ ਦੇਖੋ ਇਸ ਘਟਨਾ ਨੇ ਕਿੱਡੀ ਵੱਡੀ ਤਬਦੀਲੀ ਲਿਆਉਣੀ ਆ, ਕਿੱਡਾ ਤੁਸੀਂ ਦੇਖੋ ਵੀ ਹੁਣ ਜਿਹੜਾ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਘਨੇੜੀ ਚੜਿਆ ਫਿਰਦਾ ਸੀ, ਮੈਨੂੰ ਲੱਗਦਾ ਵੀ ਹੁਣ ਕਿਸਾਨਾਂ ਨੇ ਕਿਤੇ ਉਹ ਸੜਕ ਤੇ ਉਹਨੂੰ ਵੀ ਉਤਰਨ ਨਿਕਲਣ ਨਹੀਂ ਦੇਣਾ, ਉਹਨੂੰ ਵੀ ਬੀਜੇਪੀ ਦੀ ਕਤਾਰ ਵਿੱਚ ਖੜਾ ਹੀ ਦੇਖਣਗੇ। ਅੱਛਾ, ਇਹਦੇ ਤੋਂ ਬਾਅਦ ਜਿਹੜਾ ਕੁਝ ਹੋਇਆ ਵਾਪਰਿਆ, ਇਹਦੇ ਤੋਂ ਬਾਅਦ ਕੀ ਇਹੋ ਜਿਹੇ ਆਦੇਸ਼ੇ ਲੈ ਜਾ ਸਕਦੇ ਆ ਕਿ ਭੜਕ ਨੂੰ ਜਿਹੜਾ ਆ ਉਹ ਇਸ ਅੰਦੋਲਨ ਨੂੰ ਖਤਮ ਕਰਨ ਲਈ ਜਿਹੜਾ ਕਿਸੇ ਤਰੀਕੇ ਨਾਲ ਜ਼ਬਰਦਸਤੀ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ? ਪ੍ਰਦਰਸ਼ਨ ਤਿੱਖਾ ਜਿਹੜਾ ਹੋ ਰਿਹਾ ਦਿਨ ਪ੍ਰਤੀ ਦਿਨ, ਉਸ ਸਬੰਧ ਦੇ ਵਿੱਚ ਕੁਝ ਇਹੋ ਜਿਹੇ ਕਦਮ ਵੀ ਪੁੱਟੇ ਜਾ ਸਕਦੇ ਜਿਹਦੇ ਨਾਲ ਡੰਡੇ ਦੇ ਜ਼ੋਰ ਨਾਲ ਖਤਮ ਕਰਵਾਇਆ ਜਾਵੇ? ਕਿਉਂਕਿ ਇੱਕ ਪਾਸੇ ਆ ਕੁਝ ਵਾਪਰਿਆ, ਦੂਜੇ ਪਾਸੇ ਅੱਜ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਸੀ ਰਾਹ ਖੁਲਵਾਉਣ ਨੂੰ ਲੈ ਕੇ। ਉੱਥੇ ਜਿਹੜੀ ਸੁਪਰੀਮ ਕੋਰਟ ਵੱਲੋਂ ਟਿੱਪਣੀ ਆਉਂਦੀ ਹੈ ਕਿ ਜਦ ਸਾਡੇ ਕੋਲ ਇਹਨਾਂ ਕਾਨੂੰਨਾਂ ਦੇ ਬਾਬਤ ਕੇਸ ਚੱਲਦਾ ਪਿਆ ਸੀ, ਰੋਕ ਲਗਾਈ ਹੋਈ ਹੈ ਕਾਨੂੰਨਾਂ ਦੇ ਉੱਤੇ, ਲੰਬਿਤ ਪਿਆ ਆ ਉਸ ਮਾਮਲੇ ਦੀ ਸੁਣਵਾਈ ਅਜੇ ਤੱਕ, ਤੇ ਫਿਰ ਪ੍ਰਦਰਸ਼ਨ ਕਾਹਦੇ ਖਿਲਾਫ ਕਰਦੇ ਆ? ਕਾਨੂੰਨਾਂ ਦੇ ਉੱਤੇ ਤਾਂ ਰੋਕ ਲੱਗੀ ਹੋਈ ਆ। ਕਿ ਇਹ ਸਾਰੀਆਂ ਚੀਜ਼ਾਂ ਘੁੰਮ ਘਮਾ ਕੇ ਹੁਣ ਅੰਦੋਲਨ ਨੂੰ ਖਤਮ ਕਰਵਾਉਣ ਦੇ ਵੱਲ ਚੱਲਦੀਆਂ ਪਈਆਂ? ਬਿਲਕੁਲ ਗੱਲ ਠੀਕ ਆ। ਤੁਸੀਂ ਦੇਖੋ ਵੀ ਅਦਾਲਤਾਂ ਦੇ ਬਹੁਤ ਸਾਰੇ ਫੈਸਲੇ ਜਸਵੀਰ ਜੀ ਉੱਦਾਂ ਹੀ ਆਉਂਦੇ ਆ ਜਿੱਦਾਂ ਸਰਕਾਰ ਨੂੰ ਲੋੜ ਹੁੰਦੀ ਆ।
ਜੋ ਸਰਕਾਰ ਦੀ ਫੇਵਰ 'ਚ ਜਾਂਦੇ ਆ। ਰਾਮ ਮੰਦਿਰ ਦੇ ਮੁੱਦੇ ਤੋਂ ਤੁਸੀਂ ਇਹ ਗੱਲ ਦਾ ਅੰਦਾਜ਼ਾ ਲਾ ਸਕਦੇ ਆ ਕਿ ਉਹ ਉਦੋਂ ਜਿਹੜੇ ਚੀਫ ਜਸਟਿਸ ਸੀ ਗੰਗੋਈ, ਰੰਜਨ ਗੋਗੋਈ, ਹਾਂਜੀ ਹਾਂਜੀ, ਉਹ ਫੈਸਲਾ ਸੁਣਾਉਂਦੇ ਆ ਸਰਕਾਰ ਦੇ ਹੱਕ ਵਿੱਚ, ਬੀਜੇਪੀ ਦੇ ਖਾਸ ਕਰਕੇ ਹੱਕ ਵਿੱਚ, ਜਿਹੜਾ ਉਹਨਾਂ ਦਾ ਚੋਣ ਮਨੋਰਥ ਦਾ ਪੱਤਰ ਦਾ ਸਭ ਤੋਂ ਵੱਡਾ ਜਾਣੀ ਕਿ ਏਜੰਡਾ ਸੀ, ਜਿਹਦੇ ਤੇ ਹਾਂ ਉਸ ਏਜੰਡੇ ਦੇ ਉੱਤੇ ਹੀ ਬੀਜੇਪੀ ਖੜੀ ਹੋਈ, ਮਜ਼ਬੂਤ ਹੋਈ, ਉਹਨੇ ਧਰੁਵੀਕਰਨ ਕੀਤਾ ਤੇ ਆਖਰ ਨੂੰ ਉਹਨੇ ਸੱਤਾ ਹਾਸਲ ਕੀਤੀ ਤੇ 6 ਮਹੀਨਿਆਂ ਬਾਅਦ ਉਹਨੂੰ ਪਾਰਲੀਮੈਂਟ ਦੇ ਵਿੱਚ ਬਿਠਾ ਦਿੱਤਾ ਜਾਂਦਾ। ਇਹ ਸੰਕੇਤ ਦਿੱਤਾ ਜਾਂਦਾ ਵੀ ਜਿਹੜਾ ਜੱਜ ਵੀ ਸਾਡੇ ਅਨੁਕੂਲ ਫੈਸਲੇ ਕਰੂੰਗਾ ਉਹਦਾ ਅਗਲਾ ਰਾਹ ਪਾਰਲੀਮੈਂਟ ਵੱਲ ਜਾਂਦਾ ਹੈ। ਇਹ ਇੱਕ ਸੁਨੇਹਾ ਸੀ ਬਿਲਕੁਲ ਸਪਸ਼ਟ, ਜਿਹੜਾ ਇੱਕ ਤਰ੍ਹਾਂ ਨਾਲ ਕੰਧ ਤੇ ਲਿਖਿਆ। ਉਹਨਾਂ ਨੇ ਦੂਜੇ ਜੱਜਾਂ ਨੂੰ ਵੀ ਕਿਹਾ ਵੀ ਇਹਨੂੰ ਪੜ੍ਹ ਲਓ, ਸਾਡੇ ਮੁਤਾਬਕ ਚੱਲੋਗੇ ਤੇ ਤੁਸੀਂ ਪਾਰਲੀਮੈਂਟ 'ਚ ਤੁਹਾਡੇ ਲਈ ਸੀਟ ਜਿਹੜੀ ਆ ਉਹ ਪੱਕੀ ਆ। ਤੇ ਇਹੋ ਜਿਹੇ ਹਾਲਾਤ ਜਿਹੜੇ ਆ, ਪਰ ਇੱਕ ਗੱਲ ਪੱਕੀ ਆ, ਦੇਸ਼ ਵਿੱਚ ਅਜੇ ਵੀ ਇਨੀ ਤਾਂ ਲੋਕਤੰਤਰ ਨੂੰ ਖਤਮ ਕਰਨ ਦੀ ਕੋਈ ਕੋਸ਼ਿਸ਼ ਨਹੀਂ ਛੱਡੀ। ਪਰ ਇੱਥੇ ਤੁਸੀਂ ਦੇਖੋ ਵੀ ਸਾਰੀਆਂ ਰਾਜਨੀਤਿਕ ਪਾਰਟੀਆਂ ਹੁਣ ਕਿਸਾਨ ਅੰਦੋਲਨ ਦਾ ਹੀ ਆਸਰਾ ਲੈ ਰਹੀਆਂ। ਉਹਨਾਂ ਨੂੰ ਇੱਕ ਗੱਲ ਸਮਝ ਆ ਗਈ ਆ ਵੀ ਜੇ ਅਸੀਂ ਮੋਦੀ ਨਾਲ ਟੱਕਰ ਲੈਣੀ ਆ ਤੇ ਇਸ ਅੰਦੋਲਨ ਦੇ ਨਾਲ ਖੜਨਾ ਪੈਣਾ, ਕਿਉਂਕਿ ਪਹਿਲਾਂ ਹਰ ਪਾਰਟੀ ਦਾ ਲੀਡਰ ਕਿਸੇ ਨਾ ਕਿਸੇ ਗੱਲ ਤੋਂ ਕਾਣਾ ਸੀ ਤੇ ਉਹ ਫੜਨ ਲਈ CBI, ED, ਇਨਕਮ ਟੈਕਸ, ਵੱਖ-ਵੱਖ ਏਜੰਸੀਆਂ ਉਹਨਾਂ ਦੇ ਪਿੱਛੇ ਛੱਡ ਦਿੰਦੇ ਸੀ। ਮੋਦੀ ਨੂੰ ਚੈਲੰਜ ਕਿਹਨੇ ਕੀਤਾ? ਮੋਦੀ ਨੂੰ ਚੈਲੰਜ ਕਿਸਾਨਾਂ ਨੇ ਕੀਤਾ, ਜਿਹੜੇ ਨੰਗੇ ਧੜ ਲੜਦੇ ਆ, ਜਿਹੜੇ ਦੇਸ਼ ਲਈ ਅਨਾਜ ਪੈਦਾ ਕਰਦੇ ਆ, ਜਿਹੜੇ ਦੇਸ਼ ਦਾ ਢਿੱਡ ਭਰਦੇ ਆ, ਜਿਹੜੇ ਭੁੱਖਿਆਂ ਨੂੰ ਰਜਾਉਂਦੇ ਆ, ਆਪ ਭੁੱਖੇ ਸੌਂਦੇ ਆ, ਕਰਜ਼ੇ ਦੀ ਪੰਡ ਸਿਰ ਤੇ ਰੱਖੀ ਹੋਈ ਆ, ਰਾਤ ਨੂੰ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਉਹਨਾਂ ਬੰਦਿਆਂ ਨੇ ਮੋਦੀ ਨੂੰ ਚੈਲੰਜ ਕੀਤਾ ਤੇ ਦੁਨੀਆ ਨੂੰ ਦਿਖਾਤਾ। ਇਹ ਇਕੱਲਾ ਦੇਸ਼ ਨਹੀਂ ਦੇਖ ਰਿਹਾ, ਦੁਨੀਆ ਦੇਖ ਰਹੀ ਆ ਬਿਨਾਂ ਬਣ ਕੀ ਰਿਹਾ। ਅੱਛਾ, ਇਹੀ ਬਣਨ ਦੇ ਵਿੱਚ ਤਾਂ ਸਵਾਲ ਉੱਠਦਾ ਆ। ਉਹ ਕਹਿੰਦੇ ਨੰਗੇ ਧੜ ਲੜਨ ਵਾਲੇ ਬੰਦਿਆਂ ਨੂੰ ਪਿੰਨੀਆਂ ਦੇ ਲੰਗਰ ਕਿੱਥੋਂ ਆਉਂਦੇ ਆ, ਪੀਜ਼ਿਆਂ ਦੇ ਲੰਗਰ ਕਿੱਥੋਂ ਆਉਂਦੇ ਆ, ਮਸਾਜਰ ਮਸ਼ੀਨਾਂ ਕਿੱਥੋਂ ਆ ਜਾਂਦੀਆਂ। ਫਿਰ ਇਹੀ ਆਧਾਰ ਬਣਾ ਕੇ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕੈਨੇਡਾ ਤੋਂ ਸਪਾਂਸਰਡ ਆ, ਖਾਲਿਸਤਾਨੀਆਂ ਤੋਂ ਸਪਾਂਸਰਡ ਆ, ਨਕਸਲਵਾਦੀਆਂ ਤੋਂ ਸਪਾਂਸਰਡ ਆ, ਕਾਂਗਰਸ ਦੇ ਵੱਲੋਂ ਸਪਾਂਸਰਡ ਇਹ ਅੰਦੋਲਨ ਹੈਗਾ, ਇਹ ਕਿਸਾਨਾਂ ਦਾ ਅੰਦੋਲਨ ਨਹੀਂ ਆ। ਜਸਵੀਰ ਜੀ, ਦੋਸ਼ ਲਾਉਣੇ ਬਹੁਤ ਸੌਖੇ ਆ, ਕਿਉਂਕਿ ਬੀਜੇਪੀ ਤਾਂ ਆਪਣੇ ਉਹਨਾਂ ਨੂੰ ਦੇਸ਼ ਦੇ ਨਾਗਰਿਕ ਹੀ ਨਹੀਂ ਸਮਝ ਰਹੀ। ਕਦੀ ਮਾਓਵਾਦੀ ਕਹਿੰਦੀ ਹੈ, ਕਦੀ ਖਾਲਿਸਤਾਨੀ ਕਹਿੰਦੀ ਹੈ। ਦੱਸੋ ਕੈਨੇਡਾ ਚੋਂ ਜੇ ਮਦਦ ਆਉਂਦੀ ਆ ਉੱਥੇ ਕੌਣ ਆ ਬੰਦੇ? ਇਹਨਾਂ ਕਿਸਾਨਾਂ ਦੇ ਹੀ ਭੈਣ ਭਰਾ ਗਏ ਆ, ਉਹਨਾਂ ਦੇ ਹੀ ਮਾਪੇ ਗਏ ਆ। ਉਹਨਾਂ ਨੂੰ ਪਤਾ ਵੀ ਸਾਡੇ ਮਾਪੇ ਸੜਕਾਂ ਤੇ ਬੈਠੇ ਸਾਡੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਲੱਗੇ ਆ, ਉਹ ਕਿਉਂ ਨਹੀਂ ਮਦਦ ਭੇਜਣਗੇ? ਉਹ ਕੋਈ ਗੁਨਾਹ ਥੋੜ੍ਹਾ ਕਰ ਰਹੇ ਹੈਗੇ ਆ। ਉਹ ਵਿਦੇਸ਼ਾਂ 'ਚ ਗਏ ਆ, ਉਹ ਪੈਸਾ ਜਿਹੜਾ ਇੱਥੇ ਹੀ ਆ ਰਿਹਾ। ਇੱਕ ਪਾਸੇ ਤੁਸੀਂ ਕਹਿੰਦੇ ਵੀ ਬਾਹਰੋਂ ਪੈਸਾ ਆਵੇ, ਨਿਵੇਸ਼ ਹੋਵੇ, ਤੇ ਉਹ ਪੈਸਾ ਜੇ ਪਿੰਨੀਆਂ ਬਣਾਉਣ ਤੇ ਖਰਚ ਹੋ ਗਿਆ, ਜੇ ਪੀਜ਼ਿਆਂ ਤੇ ਖਰਚ ਹੋ ਗਿਆ, ਫਿਰ ਤੁਹਾਡਾ ਕੀ ਢਿੱਡ ਦੁਖਦਾ? ਪੈਸਾ ਉਹਨਾਂ ਗਰੀਬ ਕਿਸਾਨਾਂ ਦੇ ਪਰਿਵਾਰਾਂ ਦੀ ਮਿਹਨਤ ਦੀ ਕਮਾਈ ਦਾ ਆ ਰਿਹਾ, ਕੋਈ ਲੁੱਟ ਦਾ ਨਹੀਂ ਆ ਰਿਹਾ ਵੀ ਇੰਨਿਆਂ ਬੈਂਕਾਂ 'ਚੋਂ ਲੁੱਟ ਕੇ ਤੇ ਬਾਹਰ ਚਲ ਜਾਓ, NPA ਕਰਕੇ ਦਿਓ। ਉਹ ਸਾਰਾ ਤੋਂ ਫੰਡ ਲੈ ਲਓ ਬਾਅਦ 'ਚ। ਬਿਲਕੁਲ। ਉਹ ਦੇਖੋ ਇਸ ਸਰਕਾਰ ਦੇ ਵਿੱਚ ਇੱਕ ਛੋਟੀ ਜਿਹੀ ਗੱਲ ਮੈਂ ਇੱਥੇ ਦੱਸਣੀ ਚਾਹੂੰਗਾ ਵੀ 1950 ਤੋਂ ਲੈ ਕੇ 2014 ਤੋਂ ਪਹਿਲਾਂ ਤੱਕ ਜਿੰਨਾ ਚੋਣ ਖਰਚਾ ਹੁੰਦਾ ਸੀ ਇਲੈਕਸ਼ਨਾਂ ਤੇ ਜਾਂ ਫੰਡ ਇਕੱਠਾ ਹੁੰਦਾ ਸੀ, ਉਦੋਂ ਕਈ ਗੁਣਾ ਵੱਧ 2014 ਤੋਂ ਲੈ ਕੇ 2021 ਤੱਕ ਖਰਚ ਹੋਇਆ। ਜਿੰਨਾ ਜਾਣੀ ਕਿ 70 ਸਾਲਾਂ ਦਾ ਇਹ ਰੌਲਾ ਪਾਉਂਦੇ ਨਾ, ਮੋਦੀ ਕਾਲ ਤੋਂ ਪਹਿਲਾਂ ਜਿੰਨੇ ਸਾਲਾਂ 'ਚ ਪੈਸੇ ਖਰਚ ਹੁੰਦੇ ਸੀ ਜਾਂ ਆਉਂਦੇ ਸੀ ਇਲੈਕਸ਼ਨਾਂ ਦੇ ਲਈ, ਉਹ ਕੱਲਾ ਇਹਨਾਂ ਦੇ ਵੇਲੇ ਖਰਚ ਹੋਇਆ। ਕੋਈ ਉਹਨੂੰ ਪੁੱਛਣ ਵਾਲਾ ਨਹੀਂ। ਜਿਹੜਾ ਚੋਣ ਬੌਂਡ ਕਹਿੰਦੇ ਵੀ ਆ ਭਰ ਦਿਓ ਤੇ ਤੁਹਾਨੂੰ ਕੋਈ ਪੁੱਛਣਾ ਨਹੀਂ ਕਿੱਥੋਂ ਪੈਸਾ ਆ ਗਿਆ। ਇਹ ਕਾਲਾ ਬਾਜ਼ਾਰੀ ਨਹੀਂ ਤਾਂ ਹੋਰ ਕੀ ਆ। ਤੁਹਾਨੂੰ ਉਹ ਜਿਹੜਾ ਪੈਸਾ ਆਉਂਦਾ ਉਹ ਦਿਸਦਾ ਨਹੀਂ। ਤੁਹਾਨੂੰ ਪੀਜ਼ਾ ਚੁੱਭਦਾ, ਤੁਹਾਨੂੰ ਪਿੰਨੀਆਂ ਚੁੱਭਦੀਆਂ, ਜਿਹੜੀਆਂ ਕਿ ਉਹਨਾਂ ਦੇ ਮਿਹਨਤ ਦੀ ਕਮਾਈ ਆ। ਪਰ ਤੁਸੀਂ ਦੇਖੋ ਇਸ ਅੰਦੋਲਨ ਨੂੰ ਜਿਹੜੀ ਸਪੋਰਟ ਮਿਲ ਰਹੀ ਆ ਪੰਜਾਬੀਆਂ ਦੀ ਦੁਨੀਆ ਭਰ ਚੋਂ, ਉਹ ਬੰਦ ਨਹੀਂ ਹੋਣੀ। ਇਹਨਾਂ ਨੂੰ ਭੁਲੇਖਾ ਹੈ, ਕਿਉਂਕਿ ਉਹ ਪੰਜਾਬ ਹੀ ਉੱਥੇ ਵੱਸਦਾ। ਆਪਣੇ ਲੋਕਾਂ ਦੀ ਮਦਦ ਕਰਨਾ ਕਦੇ ਵੀ ਗੁਨਾਹ ਨਹੀਂ ਹੁੰਦਾ। ਪਰ ਬੀਜੇਪੀ ਨਾ ਇਹਨਾਂ ਨੂੰ ਆਪਣੇ ਸਮਝ ਰਹੀ ਆ ਦੇਸ਼ ਦੇ, ਜਦ ਕਿ ਤੁਸੀਂ ਪ੍ਰਧਾਨ ਮੰਤਰੀ ਆ, ਤੁਹਾਨੂੰ ਗੱਲ ਕਰਨੀ ਚਾਹੀਦੀ ਸੀ। ਤੁਸੀਂ ਡਰਾਮੇ ਕਰਦੇ ਆ ਕਿ ਇੱਕ ਫੋਨ ਕਾਲ ਦੀ ਦੂਰੀ ਤੇ ਆ।
ਤੁਸੀਂ ਉੱਦਾਂ ਕਹਿੰਦੇ ਆ ਵੀ ਅਸੀਂ ਛੋਟੇ ਕਿਸਾਨਾਂ ਦੀ ਭਲਾਈ ਲਈ ਉਹਨਾਂ ਦੀ ਆਮਦਨ ਦੁੱਗਣੀ ਕਰ ਦੇਣੀ ਆ। 2022 ਦੇ ਵਿੱਚ ਕਹਿੰਦੇ ਸੀ, ਆ ਹੁਣ ਹੋਰ 2 ਮਹੀਨੇ ਰਹਿ ਗਏ ਆ, 22 ਚੜ ਜਾਣਾ। ਤੇ ਇਹ ਕਿਸਾਨਾਂ ਨੇ ਤਾਂ ਉੱਥੇ ਐਲਾਨ ਕਰ ਦਿੱਤਾ, ਟਕੈਤ ਦਾ ਤੁਸੀਂ ਬਿਆਨ ਸੁਣਿਆ ਹੋਣਾ ਵੀ ਅਸੀਂ 1 ਜਨਵਰੀ ਨੂੰ ਦੇਖਣਾ ਵੀ ਆਮਦਨ ਦੁੱਗਣੀ ਕਰਨ ਦਾ ਇਹਨਾਂ ਕੋਲ ਫਾਰਮੂਲਾ ਕੀ ਆ। ਅਸੀਂ ਪੁੱਛਣਾ ਆ ਇਹਨਾਂ ਨੂੰ, ਸਾਰੇ ਬੀਜੇਪੀ ਨੂੰ ਲੀਡਰਾਂ ਨੂੰ ਅਸੀਂ ਪੁੱਛਾਂਗੇ, ਭਾਈ ਦੱਸੋ ਆਮਦਨ ਸਾਡੀ ਦੁੱਗਣੀ ਹੋਈ ਕਿ ਨਹੀਂ ਹੋਈ। ਇਹ ਇਹਨਾਂ ਦੀ ਲਿਫਾਫੇਬਾਜ਼ੀ, ਇਹਨਾਂ ਦੀ ਡਰਾਮੇਬਾਜ਼ੀ ਕਿਸਾਨਾਂ ਨੇ ਚੱਲਣ ਨਹੀਂ ਦੇਣੀ। ਤੇ ਇਹਨਾਂ ਕਿਸਾਨਾਂ ਦਾ ਓਟ ਆਸਰਾ ਲੈ ਕੇ ਹੀ ਰਾਜਨੀਤਿਕ ਪਾਰਟੀਆਂ ਨੂੰ ਸਾਹ ਆ ਰਿਹਾ। ਰਾਜਨੀਤਿਕ ਪਾਰਟੀਆਂ ਨੂੰ ਸਾਹ ਕਿੰਨਾ ਕੁ ਆਉਂਦਾ ਆ, ਕਿਉਂਕਿ ਦਮ ਫੁੱਲਿਆ ਹੋਇਆ ਵਿਰੋਧੀ ਪਾਰਟੀਆਂ ਦਾ, ਜੇ ਸਹੀ ਮਾਇਨਿਆਂ 'ਚ ਕਹੀਏ। ਉਹ ਰਾਜਨੀਤਿਕ ਪਾਰਟੀਆਂ ਦੀਆਂ ਆਪਣੀਆਂ ਗਲਤੀਆਂ ਵੀ ਹੈਗੀਆਂ ਕਿ ਪਹਿਲਾਂ ਸੱਤਾ 'ਚ ਵਿੱਚ ਰਹਿੰਦੀਆਂ ਉਹਨਾਂ ਨੇ ਕੋਈ ਇਹੋ ਜਿਹੇ ਕੰਮ ਨਹੀਂ ਕੀਤੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਆਧਾਰ ਬਚਿਆ ਰਵੇ। ਆਪਸ ਦੇ ਵਿੱਚ ਪਾਰਟੀਆਂ ਹੋਈਆਂ ਨੇ, ਆਪਸ ਦੇ ਵਿੱਚ ਕਾਟੋ ਕਲੇਸ਼ ਜਿਹੜਾ ਉਹ ਪਾਰਟੀਆਂ ਦੇ ਅੰਦਰ ਹੀ ਬਹੁਤ ਚੱਲਦਾ ਆ। ਪਰ ਕਿਸਾਨੀ ਅੰਦੋਲਨ ਕਿੰਨਾ ਕੁ ਉਹਨਾਂ ਨੂੰ ਦਮ ਦੇ ਪਾਉਂਦਾ ਆ ਤੇ ਇਹਦੇ ਨਾਲ ਕਿੰਨਾ ਕੁ ਸੱਤਾ ਦੇ ਵਿੱਚ ਬੈਠੀ ਹੋਈ ਧਿਰ ਦਾ ਦਮ ਉਖੜਦਾ ਆ, ਉਹ ਚੋਣ ਨਤੀਜੇ ਤੈਅ ਕਰਨਗੇ। ਪਰ ਮੌਜੂਦਾ ਸਥਿਤੀਆਂ ਇਹ ਦੱਸਦੀਆਂ ਪਈਆਂ ਨੇ ਕਿ ਸੱਤਾ ਇਸ ਸਮੇਂ ਲੋਕਤੰਤਰ ਨੂੰ ਠੋਕਤੰਤਰ ਬਣਾਉਣ ਦੇ ਵਿੱਚ ਕੋਈ ਕੋਰ ਕਸਰ ਨਹੀਂ ਛੱਡ ਰਹੀ। ਫਿਲਹਾਲ ਇਸੇ ਦੇ ਨਾਲ ਦਿਓ ਜਸਵੀਰ ਨੂੰ ਇਜਾਜ਼ਤ, ਪਰ ਤੁਸੀਂ ਤਾਜ਼ਾ ਤਰੀਨ ਖਬਰਾਂ ਲਈ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।